ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਊਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵਹਿ ਘਰ ਮਹਿ ਉਦਾਸਾ। ਊਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵਹਿ ਘਰ ਮਹਿ ਉਦਾਸਾ। ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾ ਵਨਿਆ। ਹਉ ਵਾਰੀ ਜੀ ਹਉ ਵਾਰੀ, ਪੜ ਬੁੱਝ ਮਨ ਵਸਾਵਨਿਆ। ਹਉ ਵਾਰੀ ਜੀ ਹਉ ਵਾਰੀ, ਪੜ ਬੁੱਝ ਮਨ ਵਸਾਵਨਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਮਾਣਿਆਂ ਦੇ ਮਹਾਨ, ਨਿਤਾਣਿਆਂ ਦੇ ਤਾਣ ਸਤਿਗੁਰੂ ਹਲਤ ਪਲਤ ਕੇ ਰੱਖਿਅਕ ਤੇਜੋ ਨੰਦਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 127 ਉੱਪਰ ਸੁਭਾਏਮਾਨ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਤੀਜਾ। ਊਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੈ ਘਰ ਮਾਹੇ ਉਦਾਸਾ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਹੇ ਮਨੁੱਖ, ਗੁਰਮੁਖਾ ਪਰਮੇਸ਼ਰ ਨੇ ਬੜੀ ਕਿਰਪਾ ਕੀਤੀ ਹੈ। ਉੱਤਮ ਜਨਮ ਪਹਿਲਾਂ ਤਾਂ 84 ਲੱਖ ਜੂਨਾਂ ਤੋਂ ਜੋ ਸ਼੍ਰੇਸ਼ਟ ਜਨਮ ਹੈ, ਵੱਡਾ ਜਨਮ ਹੈ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਪਹਿਲਾਂ ਤਾਂ ਇਹ ਜਨਮ ਜਿਹੜਾ ਹੈ ਮਨੁੱਖਾ ਜਾਮਾ, ਇਹ ਬੜਾ ਮਹਾਨ ਹੈ, ਉੱਤਮ ਹੈ। ਔਰ ਇਸ ਸ੍ਰਿਸ਼ਟੀ ਦਾ 84 ਲੱਖ ਜੂਨ ਦਾ ਤੈਨੂੰ ਰਾਜਾ ਬਣਾ ਕੇ ਭੇਜਿਆ, ਖੁਦ ਮੁਖਤਿਆਰ ਬਣਾ ਕੇ ਭੇਜਿਆ। ਔਰ ਮਨੁੱਖ ਤਾਂ ਫਿਰ ਸਾਰੀ ਦੁਨੀਆ 'ਚ ਹੀ ਪੈਦਾ ਹੋਏ ਨੇ, ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਦੇ ਵਿੱਚ ਆਲ ਵਰਲਡ ਦੇ ਵਿੱਚੋਂ ਉੱਤਮ ਸਥਾਨ ਹੈ ਭਾਰਤ, ਅਤੇ ਭਾਰਤ ਦੇ ਵਿੱਚੋਂ ਉੱਤਮ ਸਥਾਨ ਹੈ ਜਿੱਥੇ ਗੁਰੂਆਂ ਅਵਤਾਰਾਂ ਨੇ, ਪੀਰਾਂ ਪੈਗੰਬਰਾਂ ਨੇ ਜਨਮ ਲਏ ਔਰ ਸ੍ਰਿਸ਼ਟੀ ਦਾ ਮਾਰਗ ਦਰਸ਼ਨ ਕੀਤਾ। ਪਿਛਲੇ ਸਮਿਆਂ ਦੇ ਵਿੱਚ ਤਾਂ ਦੱਸਦੇ ਹੈ ਕਿ ਜਦੋਂ ਕੋਈ ਦੂਜੇ ਦੇਸ਼ਾਂ ਤੋਂ ਆਪਣੇ ਦੇਸ਼ ਵਿੱਚ ਆਉਂਦਾ ਸੀ ਨਾ, ਅਤੇ ਉਹ ਆਪਣੇ ਦੇਸ਼ਾਂ ਦੇ ਵਿੱਚ ਇੱਥੋਂ ਖਾਸ ਚੀਜ਼ ਕੀ ਲੈ ਕੇ ਜਾਂਦਾ। ਆ ਦੇਖਦੇ ਹਨ ਕਈ ਵਾਰੀ ਰਾਜੇ, ਮੰਤਰੀ, ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਦੀ ਯਾਤਰਾ 'ਤੇ ਜਾਂਦੇ ਆ। ਅੱਜ ਕੱਲ੍ਹ ਤਾਂ ਹਵਾਈ ਜਹਾਜ਼ ਹੈ, ਤੋਂ ਪਹਿਲਾਂ ਬਹੁਤ ਸਾਰੇ ਲੋਕ ਤੁਰ ਕੇ ਵੀ ਆਇਆ ਕਰਦੇ ਸਨ ਯਾਤਰਾ ਕਰਦੇ ਕਰਦੇ। ਜਦੋਂ ਕੋਈ ਇੱਧਰੋਂ ਵਾਪਸ ਜਾਂਦਾ ਅਤੇ ਇੱਧਰੋਂ ਕੀ ਲੈ ਕੇ ਜਾਂਦਾ, ਕਿਸੇ ਰੱਬ ਦੇ ਪਿਆਰੇ ਨੂੰ, ਕਿਸੇ ਬ੍ਰਹਮ ਗਿਆਨੀ ਨੂੰ ਆਪਣੇ ਇਲਾਕੇ 'ਚ ਲੈ ਕੇ ਜਾਂਦਾ, ਸੱਚ ਦਾ ਮਾਰਗ ਦੱਸਣ ਲਈ। ਤੋ ਵਰਲਡ ਦੇ ਵਿੱਚ ਭਾਰਤ ਵਿੱਚ ਖਾਸ ਕਰਕੇ ਗੁਰੂ ਪਿਆਰਿਓ ਉਹ ਸੂਬੇ
ਉਹ ਦੇਸ਼ ਜਿਵੇਂ ਪੰਜਾਬ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦਾ ਆਉਣਾ, ਨਨਕਾਣਾ ਸਾਹਿਬ ਜੋ ਪਹਿਲਾਂ ਮਹਾਂ ਪੰਜਾਬ ਦੇ ਵਿੱਚ ਹੁੰਦਾ ਸੀ, ਔਰ ਇਸੇ ਤਰ੍ਹਾਂ ਹੀ ਹੋਰ ਅਵਤਾਰਾਂ ਪੀਰਾਂ ਪੈਗੰਬਰਾਂ ਨੇ ਇਸ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਜਨਮ ਲਿਆ ਅਤੇ ਜਨਮ ਲੈ ਕੇ ਉਹਨਾਂ ਨੇ ਸੰਸਾਰ ਦਾ ਮਾਰਗ ਦਰਸ਼ਨ ਕੀਤਾ। ਭਗਤਾਂ ਨੇ ਵੀ ਭਾਰਤ ਵਰਸ਼ ਵਿੱਚ ਹੀ ਪੈਦਾ ਹੋਣਾ ਕੀਤਾ, ਚਾਹੇ ਕੋਈ ਮਹਾਰਾਸ਼ਟਰ 'ਚ ਹੋਇਆ, ਕੋਈ ਗੁਰੂ ਪਿਆਰਿਓ ਬਨਾਰਸ ਵਿੱਚ ਹੋਇਆ। ਜਿਹੜੇ 15 ਭਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹੈ, ਜਿਨ੍ਹਾਂ ਦੀ ਬਾਣੀ, ਤੋ ਇਹਨਾਂ ਸਾਰਿਆਂ ਨੇ ਮਾਤ ਲੋਕ ਦੇ ਲੋਕਾਂ ਦਾ ਸੱਚ ਦੇ ਮਾਰਗ 'ਤੇ ਚੱਲਣ ਲਈ ਮਾਰਗ ਦਰਸ਼ਨ ਕੀਤਾ। ਔਰ ਗੁਰੂ ਨਾਨਕ ਦੇਵ ਜੀ ਨੇ ਫਿਰ ਨਨਕਾਣਾ ਸਾਹਿਬ ਤੋਂ ਚੱਲ ਕੇ 4 ਉਦਾਸੀਆਂ ਲਾਈਆਂ। ਦੂਜੇ ਸੂਬਿਆਂ ਦੇ ਵਿੱਚ ਜਾ ਕੇ ਵੀ ਉਹਨਾਂ ਲੋਕਾਂ ਨੂੰ ਪਰਮੇਸ਼ਰ ਬਾਰੇ, ਕੁਦਰਤ ਬਾਰੇ ਦੱਸਣਾ ਕੀਤਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ। ਇਸ ਕਰਕੇ ਗੁਰੂਆਂ ਨੇ ਕੀ ਕਿਹਾ, ਉੱਤਮ ਜਨਮ ਸਥਾਨ ਹੈ ਵਾਸਾ। ਸਥਾਨ ਚੰਗਾ ਥਾਂ, ਥਾਂ ਤਾਂ ਸਾਰੀ ਹੈ, ਪਰ ਮੂਹਰੇ ਸੱਸਾ ਲਾਇਆ, ਸਥਾਨ ਚੰਗਾ ਥਾਂ। ਔਰ ਹੁਣ ਅੱਗੇ ਚੱਲੀਏ, ਸੰਸਾਰ ਦੇ ਵਿੱਚ ਭਾਰਤ ਵਰਸ਼, ਭਾਰਤ ਵਿੱਚ ਉਹ ਸੂਬੇ ਜਿੱਥੇ ਅਸੀਂ ਜਨਮ ਲਿਆ, ਪੈਦਾ ਹੋਏ। ਮਨੁੱਖਾ ਜਨਮ ਸਭ ਤੋਂ ਉੱਤਮ ਹੈ। ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਧਰਤੀ ਵੀ ਉੱਤਮ ਹੋ ਗਈ ਜਿੱਥੇ ਮੇਰੇ ਸਤਿਗੁਰੂ ਨੇ ਚਰਨ ਪਾ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਹੁਣ ਤੇਰੀ ਡਿਊਟੀ ਕੀ ਹੈ? ਸਤਿਗੁਰ ਸੇਵੈ ਘਰ ਮਾਹੇ ਉਦਾਸਾ। ਘਰ ਛੱਡ ਕੇ ਜਾਣ ਦੀ ਲੋੜ ਨਹੀਂ। ਪੁਰਾਣੇ ਸਮਿਆਂ ਦੇ ਵਿੱਚ ਲੋਕ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾਂਦੇ ਸਨ, ਉਦਾਸੀ ਹੋ ਜਾਂਦੇ। ਉਦਾਸੀ ਹਿੰਦੂ ਮਤ ਦੇ ਸਾਧੂਆਂ ਦੀ ਇੱਕ ਕੈਟਾਗਰੀ ਹੈ, ਜਿਵੇਂ ਜੋਗੀ, ਜੈਨੀ, ਬੋਧੀ ਆਦਿ। ਇਸੇ ਤਰ੍ਹਾਂ ਉਦਾਸੀ ਵੀ ਸਾਧ ਹੈ। ਉਦਾਸ ਦਾ ਅਰਥ ਹੈ ਕਿ ਸੰਸਾਰ ਦੇ ਵੱਲੋਂ ਆਪਣੀਆਂ ਸੋਚਾਂ ਨੂੰ, ਆਪਣੀ ਸੁਰਤ ਨੂੰ, ਆਪਣੀਆਂ ਇੰਦਰੀਆਂ ਨੂੰ ਖਿੱਚ ਲੈਣਾ, ਕੰਟਰੋਲ ਕਰ ਲੈਣਾ, ਆਪਣੇ ਅੰਦਰ ਇਕੱਠੇ ਹੋ ਜਾਣਾ, ਸੰਸਾਰ ਵੱਲੋਂ ਉਦਾਸ ਹੋ ਜਾਣਾ। ਭਾਵ ਸੰਸਾਰ ਦੀ ਮੋਹ ਮਮਤਾ 'ਚੋਂ ਆਪਣੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਪਿੱਛੇ ਹਟਾ ਲੈਣਾ। ਔਰ ਇੱਥੋਂ ਤੱਕ ਕਿ ਪੁਰਾਣੇ ਸਮਿਆਂ ਵਿੱਚ ਤਾਂ ਲੋਕ ਜੰਗਲਾਂ ਵੀ ਜਾ ਬਹਿੰਦੇ, ਬਈ ਮੈਂ ਉਦਾਸੀ ਹਾਂ, ਸੰਸਾਰ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਦਾਂ ਦਾ ਉਦਾਸੀ ਹੋਣ ਦੀ ਲੋੜ ਨਹੀਂ। ਸਿੱਖੋ, ਘਰ ਦੇ ਵਿੱਚ ਹੀ ਉਦਾਸ ਹੋ ਸਕਦੇ ਹੋ। ਘਰ ਦੇ ਵਿੱਚ ਹੀ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਨਿਰਲੇਪ ਹੋ ਸਕਦੇ ਹੋ। ਗੱਲ ਤਾਂ ਨਿਰਲੇਪ ਹੋਣ ਦੀ ਹੈ ਨਾ, ਘਰ-ਬਾਰ ਛੱਡਣ ਦੀ ਲੋੜ ਨਹੀਂ। ਜਿਸ ਤਰ੍ਹਾਂ ਜੋਗੀਆਂ ਨੇ ਉਸ ਵੇਲੇ ਪ੍ਰਚਾਰ ਕੀਤਾ, ਗੋਰਖਨਾਥ ਦੇ ਚੇਲਿਆਂ ਨੇ ਵੀ ਗ੍ਰਸਤੀ ਧਰਮ ਜਿਹੜਾ ਨਰਕਾਂ ਦਾ ਘਰ ਹੈ, ਇਹ ਦੁੱਖਾਂ ਦਾ ਘਰ ਹੈ, ਬਈ ਇਹਨੂੰ ਛੱਡ ਕੇ ਜੰਗਲਾਂ ਵਿੱਚ ਚਲੋ, ਉੱਥੇ ਬੈਠ ਕੇ ਆਨੰਦ ਮਾਣੋ। ਪਰ ਜੰਗਲਾਂ ਵਿੱਚ ਜਦ ਗਏ ਤੇ ਫਿਰ ਪਤਾ ਲੱਗਿਆ ਸਰੀਰ ਦੀਆਂ ਲੋੜਾਂ ਜਦ ਪੂਰੀਆਂ ਨਾ ਹੋਈਆਂ। ਰਾਜੇ ਭਰਥਰੀ ਵਰਗੇ ਜਦੋਂ ਗੋਰਖਨਾਥ ਦੇ ਮਗਰ ਲੱਗ ਕੇ ਕੰਨ ਪਾੜ ਕੇ ਮੁੰਦਰਾਂ ਪਾ ਲਈਆਂ, ਘਰ-ਬਾਰ ਤਿਆਗ ਦਿੱਤਾ, ਰਾਣੀਆਂ, ਰਾਜੇ, ਧਨ ਸੰਪਤੀ, ਘੋੜੇ, ਹਾਥੀ ਆਦਿ ਸਭ ਕੁਝ ਛੱਡ ਕੇ ਜਦ ਜੰਗਲਾਂ ਵਿੱਚ ਚਲੇ ਗਏ ਤੇ ਫਿਰ ਵੀ ਕੋਈ ਖਾਸ ਪ੍ਰਾਪਤੀ ਨਾ ਹੋਈ ਤੇ ਫਿਰ ਪਛਤਾਉਣਾ ਕੀਤਾ। ਉਹ ਪਛਤਾਏ, ਫਿਰ ਵੀ ਬਹੁਤ ਗਲਤੀ ਹੋ ਗਈ, ਇਦੋਂ ਤਾਂ ਘਰੇ ਹੀ ਠੀਕ ਸੀ। ਅਤੇ ਸਤਿਗੁਰਾਂ ਨੇ ਦੱਸਿਆ ਵੀ ਘਰੇ ਰਹਿ ਕੇ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀ। ਉਹ ਹਰ ਥਾਂ 'ਤੇ ਸੁਖੀ ਹੈ ਜਿਹੜਾ ਘਰੇ ਰਹਿੰਦਿਆਂ ਹੀ ਸੰਸਾਰ ਤੋਂ ਉਦਾਸ ਹੋ ਜਾਵੇ, ਨਿਰਲੇਪ ਹੋ ਜਾਵੇ, ਜਿਹੜਾ ਆਪਣੀ ਸੁਰਤ ਨੂੰ ਉੱਚੀ ਚੱਕ ਲਵੇ। ਸਤਿਗੁਰ ਸੇਵੈ ਘਰ ਮਾਹੇ ਉਦਾਸਾ। ਅਤੇ ਗੁਰੂਆਂ ਨੇ ਸਾਨੂੰ ਕੀ ਕਿਹਾ? ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਘਰੇ ਬਹਿ ਕੇ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਨਾ ਕੋਈ ਤੁਹਾਨੂੰ ਕੰਨ ਪਾੜ ਕੇ ਮੁੰਦਰਾ ਪਾਉਣ ਦੀ ਲੋੜ ਹੈ, ਨਾ ਤੁਹਾਨੂੰ ਕੋਈ ਕੇਸ ਕਤਲ ਕਰਾਉਣ ਦੀ ਲੋੜ ਹੈ, ਘੋਣ ਮੋਣ ਦੀ ਲੋੜ ਨਹੀਂ ਹੈ, ਨਾ ਕੋਈ ਤੁਹਾਨੂੰ ਕਰਮ ਕਾਂਡ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਕਿਰਤ ਕਰੋ, ਨਾਮ ਜਪਿਆ ਕਰੋ। ਆਓ ਤੁਹਾਨੂੰ ਮੈਂ ਦੱਸਦਾ ਕੀ ਨਾਮ ਹੈ। ਉਹ ਸਤਿਗੁਰਾਂ ਨੇ ਦੱਸ ਦਿੱਤਾ ਸਾਨੂੰ ਸਭ ਨੂੰ। ਇਸ ਤਰ੍ਹਾਂ ਜਗ੍ਹਾ ਜਗ੍ਹਾ 'ਤੇ ਜਾ ਕੇ ਲੋਕਾਂ ਦਾ ਗਾਈਡ ਕੀਤਾ, ਲੋਕਾਂ ਦਾ ਮਾਰਗ ਦਰਸ਼ਨ ਕੀਤਾ।
ਸਤਿਗੁਰ ਸੇਵੈ ਘਰ ਮਾਹੇ ਉਦਾਸਾ, ਘਰ ਦੇ ਵਿੱਚ ਰਹਿੰਦੇ। ਹੁਣ ਦੂਸਰਾ ਅਰਥ ਹੈ ਇਹਦਾ, ਇੱਕ ਤਾਂ ਹੋ ਗਿਆ ਇਸੇ ਸੰਸਾਰ ਰੂਪੀ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਦੂਜਾ ਅਰਥ ਹੋ ਗਿਆ ਕਿ ਜਿਹੜਾ ਤੁਹਾਡਾ ਛੱਪਰੀ ਕੋਠੀ ਮਹਿਲ ਘਰ ਪਾਇਆ ਉਹਦੇ ਵਿੱਚ ਰਹਿ ਕੇ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਤੀਸਰਾ ਅਰਥ ਹੈ ਕਿ ਮਨੋਬਿਰਤੀਆਂ ਇਕੱਠੀਆਂ ਕਰਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਇਕੱਠੇ ਹੋ ਜਾਓ। ਹਿਰਦੇ ਰੂਪੀ ਘਰ ਦੇ ਵਿੱਚ ਇਕੱਠੇ ਹੋਣ ਦੀ ਗੱਲ ਹੈ, ਆਪਣੇ ਅੰਦਰ ਧਿਆਨ ਨੂੰ ਇਕੱਠਾ ਕਰਕੇ ਪਰਮੇਸ਼ਰ ਨਾਲ ਜੁੜਨਾ ਕਰੋ। ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਤੁਹਾਡੀ ਇਹਦੇ ਵਿੱਚੇ ਰਹਿੰਦਿਆਂ ਮੁਕਤੀ ਹੋ ਸਕਦੀ ਆ। ਹੱਸਦਿਆਂ ਖੇਡਦਿਆਂ ਪਰਮੇਸ਼ਰ ਨਾਲ ਜੁੜਦਿਆਂ, ਖਾਂਦਿਆਂ ਪੀਂਦਿਆਂ ਕੋਈ ਵਰਤ ਰੱਖਣ ਦੀ ਲੋੜ ਨਹੀਂ, ਘਰ-ਬਾਰ ਛੱਡ ਕੇ ਜਾਣ ਦੀ ਲੋੜ ਨਹੀਂ, ਕੋਈ ਇਹ ਜ਼ਰੂਰਤ ਨਹੀਂ ਕਿ ਕੱਪੜੇ ਉਤਾਰ ਦਿਓ। ਜਿਵੇਂ ਜੰਗਲਾਂ ਵਿੱਚ ਜਾ ਕੇ ਜੋਗੀਆਂ ਨੇ ਕੱਪੜੇ ਤਿਆਗ ਦਿੱਤੇ, ਸਰੀਰ 'ਤੇ ਸਵਾਹ ਮਲ ਲਈ, ਇਹ ਜ਼ਰੂਰੀ ਨਹੀਂ ਹੈ। ਇਸ ਤਰ੍ਹਾਂ ਕਰਨ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ ਗਾ। ਇਸ ਤਰ੍ਹਾਂ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਕਾਹਦੇ ਨਾਲ? ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ। ਗੁਰੂ ਨੂੰ ਮਿਲੋ, ਗੁਰੂ ਤੁਹਾਨੂੰ ਉਹ ਜੁਗਤੀ ਦੱਸੇਗਾ ਕਿਵੇਂ ਤੁਸੀਂ ਜਿੱਥੇ ਪੈਦਾ ਹੋਏ ਹੋ ਉੱਥੇ ਹੀ ਪਰਮੇਸ਼ਰ ਨੂੰ ਪਾ ਸਕਦੇ ਹੋ, ਆਪਣੇ ਘਰ ਵਿੱਚ ਰਹਿੰਦਿਆਂ ਹੋਇਆਂ। ਇਸੇ ਗੱਲ ਨੂੰ ਦਸਵੇਂ ਪ੍ਰੀਤਮ ਜੀ ਕੀ ਕਹਿੰਦੇ ਹਨ? ਪਰਮੇਸ਼ਰ ਨੂੰ ਪਾਉਣ ਲਈ ਅੰਨ ਛੱਡਣ ਦੀ ਲੋੜ ਨਹੀਂ ਹੈ, ਬਲਕਿ ਬਾਣੀ ਕਹਿੰਦੀ ਛੋੜੈ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਰੰਡ ਭਾਵ ਜਿਹੜੀ ਇਸਤਰੀ ਮਾਲਕ ਤੋਂ ਵਿਛੜੀ ਹੋਈ ਹੈ, ਚਾਹੇ ਉਹਦਾ ਪਤੀ ਮਰ ਗਿਆ ਹੈ ਚਾਹੇ ਪਤੀ ਉਹਦਾ ਛੱਡ ਗਿਆ ਹੈ, ਉਹਨੂੰ ਰੰਡ ਕਹਿੰਦੇ ਆ। ਅਤੇ ਸੁਹਾਗਣ ਹੁੰਦਾ ਜਿਹਦੇ ਨਾਲ ਉਸ ਦਾ ਪਤੀ ਹੋਵੇ। ਅਤੇ ਸੁਹਾਗਣ ਗੁਰਮੁਖਾਂ ਨੂੰ ਕਿਹਾ ਅਤੇ ਮਨਮੁਖਾਂ ਨੂੰ ਰੰਡ ਦਾ ਸ਼ਬਦ ਜਿਹੜਾ ਹੈ ਉਹ ਦਿੱਤਾ ਗਿਆ ਹੈ। ਭਾਵ ਜਿਹੜੇ ਪਰਮੇਸ਼ਰ ਨੂੰ ਤਿਆਗ ਕੇ ਪਖੰਡਬਾਜ਼ੀ ਕਰਦੇ ਹਨ, ਉਹ ਨਾ ਪਰਮੇਸ਼ਰ ਨੂੰ ਇੱਥੇ ਪਾ ਸਕਦੇ ਆ ਨਾ ਉੱਥੇ ਪਾ ਸਕਦੇ ਆ। ਫਿਰ ਰੰਡ ਸ਼ਬਦ ਦਾ ਅਗਲਾ ਅਰਥ ਹੈ ਉਹ ਆ ਟੇਢੀਆਂ ਜੂਨਾਂ, 84 ਲੱਖ ਜੂਨਾਂ ਜਿਨ੍ਹਾਂ ਦੇ ਵਿੱਚ ਕੋਈ ਪਤੀ ਪਤਨੀ ਨਹੀਂ ਹੈ। ਭਾਵੇਂ ਕਿ ਸੰਸਾਰ ਦੇ ਵਿੱਚ ਉਹ ਚੱਲਦਾ ਹੈ ਸਿਸਟਮ ਸੰਸਾਰ ਨੂੰ ਭਰਨ ਦਾ, ਪਰ ਉਹਨਾਂ ਦੇ ਅੰਦਰ ਮਨੁੱਖਤਾ ਜਿੰਨਾ ਗਿਆਨ ਨਹੀਂ ਹੈ 84 ਲੱਖ ਜੂਨਾਂ ਦੇ ਵਿੱਚ। ਇਸ ਕਰਕੇ ਉਹ ਨਾ ਇੱਥੇ ਮਾਲਕ ਨੂੰ ਪਾ ਸਕਦੇ ਆ ਨਾ ਉੱਥੇ ਪਾ ਸਕਦੇ ਆ। ਉਹ ਟੇਢੀਆਂ ਜੂਨਾਂ ਵਿੱਚ ਭਟਕ ਜਾਣਗੇ, ਨਾ ਸੁਹਾਗਣ ਨਾ ਉਹ ਰੰਡ, ਨਾ ਪਰਮੇਸ਼ਰ ਨੂੰ ਮਿਲਣਗੇ ਅਤੇ ਨਾ ਹੀ ਮਨੁੱਖਾ ਜੀਵਨ ਕੋਲ ਰਹਿਣਾ, ਇਹ ਵੀ ਹੱਥੋਂ ਨਿਕਲ ਜਾਣ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਕਿਵੇਂ ਪਾਇਆ ਜਾਵੇ? ਤਾਂ 10ਵੇਂ ਪਾਤਸ਼ਾਹ ਜੀ ਨੂੰ ਪੁੱਛੀ ਉਹਨਾਂ ਦਾ ਸਵਈਆ, ਅਲਪ ਆਹਾਰ ਸੁਲਪ ਸੀ ਨਿੰਦਰਾ। ਅੰਨ ਛੱਡਣਾ ਨਹੀਂ ਗਾ, ਇਹਨੂੰ ਲੋੜ ਮੁਤਾਬਕ ਖਾਣਾ ਹੈ। ਅਲਪ ਥੋੜ੍ਹਾ, ਜੇ ਤੁਸੀਂ ਭਜਨ ਬੰਦਗੀ ਵਿੱਚ ਬੈਠਣਾ ਹੈ ਅਤੇ ਥੋੜ੍ਹਾ ਭੋਜਨ ਖਾ ਕੇ ਬੈਠਣਾ, ਕਿਉਂਕਿ ਅੰਨ ਜਿਹੜਾ ਹੈ ਇਹ ਆਲਸ ਚੜ੍ਹਾਉਂਦਾ, ਨੀਂਦ ਚੜ੍ਹਾਉਂਦਾ। ਅਤੇ ਛੱਡਿਆ ਵੀ ਜੇ ਧਿਆਨ ਜਿਹੜਾ ਤੁਸੀਂ ਛੱਡ ਦਿੱਤਾ ਹੈ ਅੰਨ ਵੀ, ਅੱਜ ਰੋਟੀ ਨਹੀਂ ਖਾਂਦੀ ਇੰਨੇ ਦਿਨ ਆਪਾਂ, ਫਿਰ ਤੁਹਾਡਾ ਧਿਆਨ ਅੰਨ 'ਚ ਰਹੂਗਾ ਵੀ ਯਾਰ ਰੋਟੀ ਨਹੀਂ ਖਾਧੀ। ਇਸ ਕਰਕੇ ਧਿਆਨ ਨੂੰ ਤਾਂ ਇਕੱਠਾ ਕਰਨਾ ਸੀਗਾ। ਕਿਸੇ ਨੇ ਜ਼ਿਆਦਾ ਖਾ ਲਿਆ, ਉਹ ਆਲਸ ਵਿੱਚ ਚਲੇ ਗਏ, ਨੀਂਦ ਚੜ੍ਹ ਗਈ, ਸੌਂ ਗਏ, ਅਤੇ ਕਿਸੇ ਨੇ ਖਾਧਾ ਨਹੀਂ, ਉਹਨਾਂ ਦਾ ਧਿਆਨ ਹੀ ਅਨਾਜ ਵਿੱਚ ਖਾਣ ਪੀਣ ਵਿੱਚ ਰਿਹਾ। ਇਸ ਕਰਕੇ ਥੋੜ੍ਹਾ ਖਾਣਾ ਲੋੜ ਮੁਤਾਬਕ। ਅਲਪ ਆਹਾਰ ਸੁਲਪ ਸੀ ਨਿੰਦਰਾ, ਜਾਗਣਾ ਵੀ ਨਹੀਂ ਲਗਾਤਾਰ। ਪਾਤਸ਼ਾਹ ਕਹਿੰਦੇ ਥੋੜ੍ਹਾ ਸੌਣਾ ਵੀ ਚਾਹੀਦਾ ਸਰੀਰ ਵਾਸਤੇ। ਦਇਆ ਸ਼ਿਮਾ ਤਨ ਪ੍ਰੀਤ, ਜੀਵਨ ਦੇ ਵਿੱਚ ਇਹਨਾਂ ਗੁਣਾਂ ਨੂੰ ਵੀ ਧਾਰਨ ਕਰੋ। ਦਇਆ ਕਰਨੀ, ਸ਼ਿਮਾ ਕਿਸੇ ਨੂੰ ਕਿਸੇ ਦੀ ਗਲਤੀ ਨੂੰ ਮਾਫ ਕਰ ਦੇਣਾ, ਨਿਮਰਤਾ। ਦਇਆ ਸ਼ਿਮਾ ਤਨ ਪ੍ਰੀਤ, ਅਤੇ ਆਪਣੇ ਆਪੇ ਦੇ ਨਾਲ ਪ੍ਰੀਤੀ ਪਾਓ। ਤਨ ਪ੍ਰੀਤ ਆਪਣੇ ਆਪੇ ਨਾਲ ਪ੍ਰੀਤ, ਨਿਜ ਸਰੂਪ ਨਾਲ ਜੁੜਨਾ। ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਨਿਮਰਤਾ ਸਬਰ ਸੰਤੋਖ ਹਵੈਬੋ, ਇਹਨਾਂ ਨੂੰ ਜੀਵਨ ਵਿੱਚ ਧਾਰਨ ਕਰੋ। ਸੀਲ ਸੰਤੋਖ ਹਵੈਬੋ ਸਦਾ, ਤ੍ਰੈ ਗੁਣ ਅਤੀਤ, 3 ਗੁਣ ਰਜੋ ਤਮੋ ਸਤੋ, ਇਹਨਾਂ ਤੋਂ ਉੱਚੇ ਉੱਠੋ। ਰਜੋ ਹੰਕਾਰੀ ਆ, ਤਮੋ ਅਗਿਆਨਤਾ, ਲੋਭੀ ਲਾਲਚੀ, ਆਲਸੀ, ਇਹਨਾਂ 3 ਗੁਣਾਂ ਤੋਂ ਉੱਚੀ ਉੱਠੋ। ਆਲਸ ਵੀ ਨਹੀਂ ਚਾਹੀਦੀ। ਹਵੈਬੋ 3 ਗੁਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਹੱਠ, ਇਹ 5 ਵਿਕਾਰ।
ਕਾਮ ਕ੍ਰੋਧ ਅਹੰਕਾਰ ਲੋਭ ਹੱਠ ਮੋਹ ਨਾ ਮਨ ਸਿਓ ਲਿਆਵੈ, ਇਹਨਾਂ ਨੂੰ ਮਨ ਤੋਂ ਪਾਸੇ ਰੱਖੋ। ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ, ਤਾਂ ਤੁਸੀਂ ਆਪਣੇ ਆਪੇ ਨੂੰ ਦੇਖ ਸਕਦੇ ਹੋ। ਇਹ ਤੁਹਾਡੀ ਆਤਮਾ ਹੀ ਪਰਮਾਤਮਾ, ਇਹਨੂੰ ਦੇਖਣ ਵਾਸਤੇ ਸਾਨੂੰ ਇਹ ਕਰਨਾ ਪੈਣਾ। ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ, ਤਾਂ ਤੁਸੀਂ ਪਰਮੇਸ਼ਰ ਨੂੰ, ਪਰਮ ਪੁਰਖ ਨੂੰ ਪ੍ਰਾਪਤ ਕਰ ਸਕਦੇ ਹੋ। ਤੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਮਨੁੱਖਾ ਜੀਵਨ ਉੱਤਮ ਜਨਮ ਮਿਲ ਗਿਆ, ਔਰ ਤੁਹਾਨੂੰ ਇਹ ਵੀ ਵੱਡੀ ਕਿਰਪਾ ਹੋਈ ਕਿ ਗੁਰੂ ਦੇ ਪਿਆਰਿਆਂ ਦੇ ਘਰੇ ਜਨਮ ਮਿਲ ਗਿਆ। ਸ੍ਰਿਸ਼ਟੀ ਤਾਂ ਬਹੁਤ ਵੱਡੀ ਲੰਬੀ ਚੌੜੀ ਆ, ਤਾਂ ਸੰਸਾਰ ਜਿਹੜਾ ਹੈ, ਕਬੀਰ ਸਾਹਿਬ ਜੀ ਕਹਿੰਦੇ ਕਦੋਂ ਗੁਰੂ ਵਾਲੇ ਬਣੋਗੇ, ਕਦੋਂ ਪਰਮੇਸ਼ਰ ਨਾਲ ਜੁੜੋਗੇ ਤੁਸੀਂ? ਜਦੋਂ ਪਸ਼ੂ ਬਣ ਗਏ। ਕੀ ਕਹਿੰਦੇ ਆਪਣੇ ਬਚਨਾਂ ਵਿੱਚ? ਕਹਿੰਦੇ ਜਦੋਂ ਇਹ ਮਨੁੱਖ ਜੂਨੀ ਹੱਥੋਂ ਚਲੀ ਗਈ ਤੇ ਤੂੰ ਬਲਦ ਬਣ ਗਿਆ। ਚਾਰ ਪੈਰ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਫਿਰ ਤੂੰ ਪਰਮੇਸ਼ਰ ਨੂੰ ਕਿਵੇਂ ਯਾਦ ਕਰੇਗਾ? ਜਦੋਂ ਚਾਰ ਪੈਰ ਹੋਏ, ਸਿਰ 'ਤੇ ਸਿੰਘ ਹੋਏ, ਮੂੰਹ ਗੂੰਗਾ ਹੋਇਆ, ਭਾਵ ਬਲਦ ਜੂਨੀ, ਪਸ਼ੂਆਂ ਦੀ ਜੂਨੀ। ਚਾਰ ਪੈਰ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊਠ ਬੈਠ ਠੇਂਗਾ ਪਰ ਹੈ। ਜਦੋਂ ਜ਼ਿਮੀਂਦਾਰ ਫਿਰ ਇਸ ਪਸ਼ੂ ਤੋਂ ਕੰਮ ਲੈਂਦਾ, ਗੱਡੇ ਜੋੜਦਾ, ਜੇ ਬੈਠਾ ਹੁੰਦਾ ਪਸ਼ੂ 'ਤੇ ਠੇਡਾ ਮਾਰ ਕੇ ਉਹਨੂੰ ਖੜਾ ਕਰਦਾ, ਗੱਡੇ ਜੋੜ ਕੇ ਡੰਡੇ ਮਾਰ ਕੇ ਭਜਾਉਂਦਾ। ਊਠ ਬੈਠ ਠੇਗਾ ਪਰ ਹੈ ਤਬ ਕਤ ਮੂਡ ਲੁਕਈ ਹੈ, ਅੱਜ ਤੂੰ ਪਰਮੇਸ਼ਰ ਤੋਂ ਮੂੰਹ ਲੁਕਾਉਂਦਾ ਫਿਰਦਾ, ਭਾਵ ਅੱਜ ਤੂੰ ਗੁਰੂ ਵਾਲਾ ਬਣਨ ਲਈ ਤਿਆਰ ਨਹੀਂ। ਤਬ ਕਤ ਮੂਡ ਲੁਕਈ ਹੈ, ਉਦੋਂ ਕਿਵੇਂ ਮੂੰਹ ਲੁਕਾਵੇਂਗਾ ਜਦੋਂ ਪਸ਼ੂ ਬਣਾਤਾ, ਢੱਠਾ ਬਣਾਤਾ, ਬਲਦ ਬਣਾਤਾ, ਝੋਟਾ ਬਣ ਗਿਆ, ਪਸ਼ੂ ਬਣ ਗਿਆ। ਫਿਰ ਮਨੁੱਖ ਜਿਹੜਾ ਤੈਨੂੰ ਕੁੱਟ ਕੁੱਟ ਕੇ ਤੈਥੋਂ ਕੰਮ ਲਵੇਗਾ, ਫਿਰ ਨਾਮ ਜਪੇਗਾ। ਤਬ ਕਤ ਮੂਡ ਲੁਕਈ ਹੈ ਸਾਰੋ ਦਿਨ ਸਡੋਲਤ ਵਨ ਮਈਆ, ਅਜੋ ਨਪੇਟ ਅਗਈ ਹੈ। ਸਾਰਾ ਦਿਨ ਕਹਿੰਦੇ ਫਿਰ ਤੂੰ ਜੰਗਲਾਂ ਵਿੱਚ ਖਾਂਦਾ ਫਿਰੇਂਗਾ, ਪਰ ਢਿੱਡ ਭਰਨਾ ਨਹੀਂ, ਭੁੱਖ ਮਰਨੀ ਨਹੀਂ। ਤਾਂ ਇਹ ਬਚਨ ਕਬੀਰ ਸਾਹਿਬ ਜੀ ਨੇ ਕਦੋਂ ਉਚਾਰਨ ਕੀਤੇ? ਜਦੋਂ ਉਹਨਾਂ ਨੇ ਬਨਾਰਸ ਦੇ ਵਿੱਚ ਬਾਜ਼ਾਰ 'ਚੋਂ ਲੰਘਣਾ। ਬਾਜ਼ਾਰ ਦੇ ਵਿੱਚ ਇੱਕ ਸੇਠ ਸੀ, ਇੱਕ ਦੁਕਾਨਦਾਰ ਸੀ। ਕਬੀਰ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਉਸ 'ਤੇ ਪਈ ਅਤੇ ਸਲਾਹ ਕੀਤੀ ਜਾ ਰਹੀ ਬੰਦੇ ਨੂੰ ਵੀ ਜੋੜਿਆ ਜਾਵੇ ਰੱਬ ਨਾਲ। ਉਹਨਾਂ ਦੀ ਦੁਕਾਨ 'ਤੇ ਖੜ੍ਹ ਜਾਣਾ ਅਤੇ ਬੇਨਤੀ ਕਰਨੀ, ਭਾਈ ਸਾਹਿਬ ਤੁਸੀਂ ਸਤਸੰਗ ਵਿੱਚ ਆਇਆ ਕਰੋ। ਉਹਨੇ ਅੱਗੋਂ ਸੇਠ ਨੇ ਕਹਿਣਾ, ਬਾਬਾ ਅਸੀਂ ਵਿਹਲੇ ਨਹੀਂ ਹੈਗੇ, ਤੁਸੀਂ ਤਾਂ ਵਿਹਲੇ ਹੋ। ਅਸੀਂ ਵਿਹਲੇ ਨਹੀਂ, ਜਵਾਕ ਵੀ ਪਾਲਣੇ ਆ, ਦੁਕਾਨਦਾਰੀਆਂ ਕਰਨੀਆਂ। ਕਬੀਰ ਸਾਹਿਬ ਨੇ 2 ਮਿੰਟ 5 ਮਿੰਟ ਉਹਦੇ ਕੋਲ ਲਾਉਣੇ, ਗੱਲਾਂ ਬਾਤਾਂ ਕਰਨੀਆਂ, ਉਸ ਨੂੰ ਪਰਮੇਸ਼ਰ ਨਾਲ ਜੁੜਨ ਵਾਸਤੇ ਸਲਾਹ ਮਸ਼ਵਰਾ ਦੇਣਾ, ਉਹਨੂੰ ਸਤਸੰਗ ਵਿੱਚ ਆਉਣ ਲਈ ਪ੍ਰੇਰਨਾ ਕਰਨੀ, ਪਰ ਉਹਨੇ ਨਾ ਜਾਣਾ। ਕਬੀਰ ਸਾਹਿਬ ਜਦੋਂ ਵੀ ਬਾਜ਼ਾਰ 'ਚੋਂ ਲੰਘਦੇ, ਰੋਜ਼ਾਨਾ ਉਹਦੀ ਦੁਕਾਨ 'ਤੇ ਖੜ੍ਹ ਜਾਂਦੇ, ਰੁਕ ਜਾਂਦੇ, ਗੱਲਬਾਤ ਕਰਦੇ। ਉਹ ਜਿਹੜਾ ਬਾਣੀਆ ਸੀ ਕਹਿੰਦੇ ਅੱਕ ਗਿਆ। ਕਬੀਰ ਸਾਹਿਬ ਨੇ ਵਾਰ-ਵਾਰ ਉਸ ਨੂੰ ਪ੍ਰੇਰਨਾ ਕਰਨੀ, ਪਰ ਉਹਨੇ ਗੱਲ ਨਾ ਮੰਨਣੀ, ਲੁਕ ਜਾਣਾ। ਜਦੋਂ ਕਬੀਰ ਸਾਹਿਬ ਨੂੰ ਆਉਂਦੇ ਵੇਖਣਾ, ਲੁਕ ਜਾਣਾ। ਅਤੇ ਜੇ ਕਬੀਰ ਸਾਹਿਬ ਨੇ ਫੜ ਲੈਣਾ, ਜਾ ਕੇ ਦੁਕਾਨ 'ਤੇ ਬੈਠਾ ਹੋਣਾ, ਫਿਰ ਉਸਨੇ ਅੱਗੋਂ ਟਾਲ ਮਟੋਲ ਕਰਨੀ, ਜਵਾਬ ਦੇਣਾ, ਔਖਾ ਜਿਹਾ ਵੀ ਬੋਲਣਾ। ਅਤੇ ਗੁਰੂ ਪਿਆਰਿਓ, ਅਖੀਰ ਕਬੀਰ ਸਾਹਿਬ ਜੀ ਨੇ ਜਾਣਾ ਬੰਦ ਕਰ ਦਿੱਤਾ, ਨਹੀਂ ਮੰਨਿਆ। ਉਹਦੀ ਮਰਜ਼ੀ, ਭਾਈ ਇਹਦੇ ਭਾਗ ਹੀ ਐਸੇ ਹੋਣਗੇ। ਅਤੇ ਗੁਰੂ ਪਿਆਰਿਓ, ਇਹਦਾ ਫੁਰਨਾ ਸੀ, ਮੈਂ ਜਵਾਕ ਪਾਲਣੇ ਆ, ਮੈਂ ਸੌਦਾ ਲਿਆਉਣਾ, ਮੈਂ ਇਹ ਕਰਨਾ, ਮੈਂ ਉਹ ਕਰਨਾ, ਐਸਾ ਹੀ ਫੁਰਨਾ ਰਹਿੰਦਾ ਹਰ ਵਕਤ। ਅਤੇ ਅਖੀਰ ਗੁਰੂ ਪਿਆਰਿਓ ਇਹਦੀ ਕਹਿੰਦੇ ਮੌਤ ਹੋ ਗਈ। ਜਿਸ ਵੇਲੇ ਮੌਤ ਹੋਈ ਅਤੇ ਉਦੋਂ ਵੀ ਇਹ ਖਿਆਲ ਬਣ ਗਿਆ ਵੀ ਓਹੋ ਮੈਂ ਤਾਂ ਮਰ ਗਿਆ, ਜਵਾਕਾਂ ਨੂੰ ਕੌਣ ਪਾਲੂਗਾ, ਕੌਣ ਸੌਦਾ ਲਿਆ ਕੇ ਦੇਊਗਾ, ਇਹ ਤਾਂ ਕਮਲੇ ਹੈ, ਸਿੱਧਰੇ ਹੈ, ਠੱਗੀ ਮਰਵਾ ਦੇਣਗੇ। ਐਸਾ ਕਈ ਵਾਰੀ ਬਜ਼ੁਰਗ ਨੂੰ ਹੁੰਦਾ ਖਿਆਲ। ਤਾਂ ਗੁਰੂ ਪਿਆਰਿਓ ਮਰ ਗਿਆ, ਅਤੇ ਜਦ ਇਹਨੇ ਫੁਰਨਾ ਬਣਾਇਆ ਮੇਰੇ ਬੱਚਿਆਂ ਨੂੰ ਕੌਣ ਪਾਲੂਗਾ, ਸੌਦਾ ਕੌਣ ਲਿਆਊਗਾ, ਅਤੇ ਪਰਮੇਸ਼ਰ ਕਹਿੰਦੇ ਵੀ ਤੈਨੂੰ ਬਲਦ ਬਣਾ ਦਿੰਦੇ ਆ, ਅਤੇ ਤੂੰ ਗੱਡਾ ਭਰ ਭਰ ਕੇ ਲਿਆਇਆ ਕਰੀ। ਫਿਰ ਕਹੋ ਸਤਨਾਮ। ਮਨੁੱਖਾ ਜਨਮ ਤਾਂ ਨਾਮ ਜਪਣ ਲਈ ਮਿਲਿਆ ਸੀ, ਉਹ ਤੂੰ ਜਪਿਆ ਨਹੀਂ, ਚੱਲ ਤੈਨੂੰ ਬਲਦ ਦੀ ਜੂਨੀ ਵਿੱਚ ਪਾ ਦਿੰਦੇ। ਕਿਉਂਕਿ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜਿਹੜੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਿਰ ਪਰਮੇਸ਼ਰ ਦਿੰਦਾ। ਇਹ ਉਹਨਾਂ ਦੇ ਘਰ ਵਿੱਚ ਹੀ ਬਲਦ ਬਣ ਕੇ ਜੰਮ ਪਿਆ। ਉਹਨਾਂ ਦੇ ਘਰ ਗਾਂ ਸੀ ਸੂਣ ਵਾਲੀ, ਉੱਥੇ ਬੱਚਾ ਬਣਿਆ।
ਜਦ ਗਾਂ ਨੇ ਬੱਚਾ ਦਿੱਤਾ ਘਰ ਵਾਲਾ ਪਰਿਵਾਰ ਬੜਾ ਖੁਸ਼ ਹੋਇਆ। ਬੱਚਾ ਦਿੱਤਾ, ਗਾਂ ਨੇ ਬੱਚਾ ਦਿੱਤਾ। ਬਾਪੂ ਤਾਂ ਹੈ ਨਹੀਂ, ਹੁਣ ਆਪਾਂ ਬਲਦ ਬਣਾ ਲੈਂਦੇ ਹਾਂ, ਗੱਡੀ ਲੈ ਲਾਂਗੇ, ਗੱਡਾ ਲੈ ਲਾਂਗੇ, ਫਿਰ ਆਪਾਂ ਸੌਦਾ ਗੱਡੇ 'ਤੇ ਲਿਆਇਆ ਕਰਾਂਗੇ। ਉਹਨੂੰ ਬੱਚੇ ਨੂੰ ਪਾਲਿਆ, ਵੱਡਾ ਕੀਤਾ, ਬਲਦ ਬਣ ਗਿਆ, ਹਾਲੀ ਕੱਢਿਆ, ਗੱਡੇ ਜੋੜਿਆ, ਸੌਦਾ ਲਿਆਉਣ ਲੱਗੇ। ਤੋ ਸੌਦਾ ਢੋਂਦਾ ਢੋਂਦਾ ਵੀ ਲਗਭਗ ਬੁਢਾਪੇ ਦੇ ਨੇੜੇ ਪਹੁੰਚ ਗਿਆ, ਵੱਡੀ ਉਮਰ ਹੋ ਗਈ ਅਤੇ ਹੁਣ ਗੱਡਾ ਲੱਦਿਆ ਹੋਇਆ, ਭਾਰ ਵੇਟ ਜ਼ਿਆਦੇ ਆ, ਖਿੱਚਿਆ ਜਾਂਦਾ ਨਹੀਂ ਅਤੇ ਤੁਰੇ ਆਉਂਦੇ ਅਤੇ ਬਲਦ ਦੇ ਠੇਡਾ ਵੱਜਿਆ ਅਤੇ ਬਲਦ ਡਿੱਗ ਪਿਆ ਅਤੇ ਡਿੱਗਦੇ ਦੀ ਧੌਣ 'ਤੇ ਗੱਡੇ ਦਾ ਜੂਲਾ ਵੱਜਿਆ ਅਤੇ ਰੀੜ੍ਹ ਦੀ ਹੱਡੀ ਧੌਣ 'ਚੋਂ ਟੁੱਟ ਗਈ। ਹੁਣ ਜ਼ੋਰ ਲਾਉਂਦੇ ਆ ਲੋਕ, ਆਰਾਂ ਲਾਉਂਦੇ ਆ, ਆਰ ਹੁੰਦੀ ਹੈ ਡੰਡੇ ਮੂਹਰੇ ਮੇਖ ਲਾ ਕੇ ਬਲਦ ਦੇ ਮਾਰਨਾਂ ਨੂੰ ਆਰ ਕਹਿੰਦੇ ਆ, ਭਜਾਉਣ ਵਾਸਤੇ ਆਰਾਂ ਲਾਉਂਦੇ ਆ। ਹੁਣ ਉਹ ਆਰ ਦੇ ਨਾਲ ਇਸ ਬਲਦ ਨੂੰ ਖੜ੍ਹਾ ਕਰਨਾ ਚਾਹੁੰਦੇ ਆ, ਜ਼ੋਰ ਲਾਉਂਦੇ ਆ, ਪਰ ਉਹ ਨਹੀਂ ਉੱਠਦਾ ਕਿਉਂਕਿ ਧੌਣ ਟੁੱਟ ਗਈ, ਉੱਠਿਆ ਨਹੀਂ ਜਾਂਦਾ। ਇਕੱਠ ਹੋ ਗਿਆ ਲੋਕਾਂ ਦਾ, ਗੱਡਾ ਪਾਸੇ ਕਰਤਾ, ਧੌਣ ਤੋਂ ਨਹੀਂ ਉੱਠਿਆ ਗਿਆ ਉਹਦੇ ਕੋਲੋਂ। ਕਹਿੰਦੇ ਭੀੜ ਹੋ ਗਈ ਅਤੇ ਕਬੀਰ ਸਾਹਿਬ ਜੀ ਕੁਦਰਤੀ ਉੱਥੋਂ ਦੀ ਲੰਘ ਰਹੇ ਆ। ਇਕੱਠ ਜਾ ਵੇਖ ਕੇ ਕਬੀਰ ਸਾਹਿਬ ਵੀ ਖੜ੍ਹ ਕੇ ਕਹਿੰਦੇ ਕੀ ਹੋ ਗਿਆ ਭਾਈ? ਕਹਿੰਦੇ ਜੀ ਆਹ ਸੇਠਾਂ ਦਾ ਬਲਦ ਹੈ, ਡਿੱਗ ਪਿਆ ਅਤੇ ਉੱਠਦਾ ਨਹੀਂ, ਲੱਗਦਾ ਧੌਣ ਟੁੱਟ ਗਈ। ਕਹਿੰਦੇ ਕਬੀਰ ਸਾਹਿਬ ਜੀ ਕੋਲ ਆਏ ਅਤੇ ਦੇਖਿਆ ਵੀ ਇਹ ਤਾਂ ਉਹੀ ਸੇਠ ਆ ਜਿਹਨੂੰ ਮੈਂ ਰੋਜ਼ ਕਹਿੰਦਾ ਸੀਗਾ ਵੀ ਭਲਿਆ ਥੋੜ੍ਹਾ ਟਾਈਮ ਕੱਢ ਕੇ ਸਤਸੰਗ ਵਿੱਚ ਆ ਜਿਆ ਕਰ, ਪਰ ਇਹ ਕਹਿੰਦਾ ਸੀ ਮੈਂ ਜਵਾਕ ਪਾਲਣੀ ਹੈ, ਮੈਂ ਦੁਕਾਨ ਚਲਾਉਣੀ ਹੈ, ਮੈਂ ਸੌਦੇ ਲਿਆਉਣੇ, ਅਸੀਂ ਵਿਹਲੇ ਥੋੜ੍ਹਾ ਬਾਬਾ, ਤੁਸੀਂ ਤਾਂ ਵਿਹਲੇ ਹੋ, ਇਹ ਤਾਂ ਉਹੀ ਲੱਗਦਾ ਮੈਨੂੰ। ਕਬੀਰ ਸਾਹਿਬ ਜੀ ਕਹਿੰਦੇ ਸੇਠਾਂ ਦਾ ਬਲਦ ਆ। ਹਾਂਜੀ ਹਾਂਜੀ। ਕਹਿੰਦੇ ਖੜ੍ਹ ਜਾਓ, ਫਿਰ ਦੋ ਗੱਲਾਂ ਮੈਂ ਵੀ ਕਰ ਲਾਂ ਇਹਦੇ ਨਾਲ। ਕਹਿੰਦੇ ਕਬੀਰ ਸਾਹਿਬ ਬਲਦ ਦੇ ਕੋਲ ਜਾ ਕੇ ਬੈਠ ਗਏ ਅਤੇ ਫਿਰ ਉੱਥੇ ਬੈਠ ਕੇ ਬਚਨ ਉਚਾਰਿਆ ਸੀਗਾ, ਚਾਰ ਪੈਰ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਊਠ ਬੈਠ ਠੇਗਾ ਪਰ ਹੈ, ਤਬ ਕਤ ਮੂੰਡ ਲੁਗਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਸਾਰੋ ਦਿਨ ਸਡੋਲਤ ਬਨ ਮਹੀਆ, ਅਜੋ ਨ ਭੇਟ ਅਗਈ ਹੈ। ਤਾਂ ਇਹ ਸਾਰਾ ਸ਼ਬਦ ਉੱਥੇ ਉਚਾਰਨ ਕਰਕੇ ਉੱਚੀ ਸੰਗਤਾਂ ਨੂੰ ਵੀ ਸੁਣਾਇਆ, ਲੋਕਾਂ ਨੂੰ ਵੀ ਗਿਆਨ ਦਿੱਤਾ, ਉਪਦੇਸ਼ ਦਿੱਤਾ ਕਿ ਬੰਦੇ ਨੂੰ ਜਦੋਂ ਮਨੁੱਖਾ ਜਨਮ ਮਿਲਿਆ, ਉੱਤਮ ਜਨਮ ਸਥਾਨ ਹੈ ਵਾਸਾ, ਇਹ ਮਨੁੱਖਾ ਜਨਮ ਸਭ ਤੋਂ ਉੱਤਮ ਜਨਮ ਜਦੋਂ ਮਿਲਿਆ, ਸਥਾਨ ਚੰਗੇ ਥਾਂ 'ਤੇ ਜਨਮ ਹੋਇਆ, ਭਾਰਤ ਵਰਸ਼ ਵਿੱਚ ਜਨਮ ਹੋਇਆ। ਔਰ ਭਾਰਤ ਵਰਸ਼ ਵਿੱਚ ਵੀ ਕੋਈ ਰੱਬ ਦੇ ਪਿਆਰਿਆਂ ਦੇ ਘਰ ਜਨਮ ਹੋ ਗਿਆ, ਭਗਤਾਂ ਦੇ ਘਰੇ ਹੋ ਗਿਆ, ਗੁਰਸਿੱਖਾਂ ਦੇ ਘਰੇ ਹੋ ਗਿਆ, ਨਾਮ ਜਪਣ ਵਾਲਿਆਂ ਰੂਹਾਂ ਦੇ ਘਰੇ ਜਨਮ ਹੋ ਗਿਆ, ਚੰਗੀ ਗੱਲ ਹੈ। ਔਰ ਇੱਥੇ ਜਨਮ ਲੈ ਕੇ ਹੁਣ ਤੂੰ ਇੱਥੇ ਨਾਮ ਜਪ ਸਕਦਾ, ਵਰਨਾ ਉਦੋਂ ਜਪੇਗਾ ਜਦੋਂ ਪਸ਼ੂ ਬਣੇਗਾ। ਅਤੇ ਕਬੀਰ ਸਾਹਿਬ ਜੀ ਨੇ ਇਹ ਗਿਆਨ ਦਿੰਦਿਆਂ ਹੋਇਆਂ ਫਿਰ ਉਸ ਵੇਲੇ ਅਰਦਾਸ ਵੀ ਕੀਤੀ ਕਿ ਮਹਾਰਾਜ ਇਸ ਦੀ ਸਰੀਰ ਛਡਾ ਦੇ, ਹੁਣੇ ਨਹੀਂ ਉੱਠ ਸਕਦਾ, ਅਤੇ ਫਿਰ ਉਹ ਬਲਦ ਦੀ ਜੂਨੀ ਛੁੱਟ ਗਈ। ਖੈਰ ਗੁਰੂ ਸਾਹਿਬ ਕਹਿ ਰਹੇ ਸੀ, ਸਤਿਗੁਰ ਸੇਵੈ ਘਰ ਮਾਹੇ ਉਦਾਸਾ, ਘਰ ਵਿੱਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਰ ਨੂੰ ਸਿਮਰਿਆ ਜਾ ਸਕਦਾ ਹੈ। ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮੰਤਰੇ ਪਤਾਵਣਿਆ, ਧੰਨ ਹੈ ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਮਨੁੱਖਾ ਜਨਮ ਲੈ ਕੇ ਹਰੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਹਰੀ ਦੇ ਨਾਮ ਨੂੰ ਜਪਦੇ ਹਨ, ਹਰੀ ਦੇ ਨਾਮ ਦਾ ਰਸ ਲੈਂਦੇ ਹਨ, ਮਨ ਤ੍ਰਿਪਤਾਵਣਿਆ, ਮਨ ਕਰਕੇ ਜਿਹੜੇ ਰੱਜ ਜਾਂਦੇ ਹਨ। ਹਉ ਵਾਰੀ ਜੀਓ ਵਾਰੀ, ਪੜ੍ਹ ਬੁੱਝ ਮਨ ਵਸਾਵਣਿਆ। ਕੀ ਪੜ੍ਹਨਾ ਬੁੱਝਣਾ? ਇਸ ਬਾਣੀ ਨੂੰ, ਜੋ ਗੁਰੂਆਂ ਦੀ ਬਾਣੀ ਉਚਾਰਨ ਕੀਤੀ, ਇਸ ਨੂੰ ਜਾਣ ਕਰਕੇ, ਇਹਨੂੰ ਸਮਝ ਕਰਕੇ, ਇਸ ਨੂੰ ਬੁੱਝ ਕਰਕੇ, ਭਾਵ ਇਸ ਦੇ ਅੰਤਰੀ ਭਾਵ ਨੂੰ ਜਾਣ ਕਰਕੇ ਜਿਹੜੇ ਹਿਰਦੇ ਵਿੱਚ ਵਸਾ ਲੈਂਦੇ ਹਨ। ਪੜ੍ਹ ਬੁੱਝ ਮਨ ਵਸਾਵਣਿਆ, ਗੁਰਮੁਖ ਪੜ੍ਹੈ ਹਰ ਨਾਮ ਸਲਾਹੇ। ਔਰ ਇਹ ਸਾਰੀ ਬਾਣੀ ਦੇ ਵਿੱਚ ਸਾਰੇ ਸ਼ਬਦਾਂ ਦਾ ਇੱਕੋ ਮੇਨ ਭਾਵ ਹੈ, ਪਰਮੇਸ਼ਰ ਦਾ ਨਾਮ ਜਪਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸੇ ਦੀ ਸਲਾਹ ਸਤਿਗੁਰੂ ਦਿੰਦੇ ਆ ਸਾਰੀ ਬਾਣੀ ਵਿੱਚ, ਇੱਕੋ ਓਂਕਾਰ ਤੋਂ ਲੈ ਕੇ ਭੋਗ ਦੇ ਸ਼ਲੋਕਾਂ ਤੱਕ, 18, 10, 20 ਤੱਕ। ਤਾਂ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਬਣ ਕੇ, ਭਾਵ ਗੁਰੂ ਵਾਲੇ ਬਣ ਕੇ ਇਸ ਬਾਣੀ ਨੂੰ, ਗੁਰੂ ਦੇ ਬਚਨਾਂ ਨੂੰ ਪੜ੍ਹਦੇ ਹਨ, ਵਿਚਾਰਦੇ ਹਨ ਜਾਂ ਸੁਣਦੇ ਹਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਉਹਨਾਂ ਨੂੰ ਕਿਧਰੇ ਬਾਹਰ ਜਾਣ ਦੀ ਲੋੜ ਨਹੀਂ, ਉਹਨਾਂ ਦਾ ਘਰੇ ਹੀ ਉਧਾਰ ਹੋ ਜਾਣਾ। ਹਿੰਦੂ ਮਤ ਵਿੱਚ 68 ਤੀਰਥ ਮੰਨੇ ਗਏ ਹੈ, ਅਤੇ ਉਹਨਾਂ ਦਾ ਖਿਆਲ ਹੈ ਕਿ ਹਿੰਦੂਆਂ ਨੂੰ 68 ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ।
68 ਤੀਰਥਾਂ 'ਤੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ। ਅਤੇ ਹੁਣ 68 ਤੀਰਥਾਂ 'ਤੇ ਜਾਣ 'ਤੇ ਕਿੰਨਾ ਸਮਾਂ ਲੱਗਣਾ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਤੀਰਥ ਦਾ ਅਰਥ ਹੈ ਕਿਨਾਰਾ। ਤੀਰ ਹੁੰਦਾ ਕਿਨਾਰਾ, ਦਰਿਆ ਦੇ ਕਿਨਾਰੇ 'ਤੇ ਬੈਠ ਕੇ। ਤੀਰਥ ਮਤਲਬ ਦਰਿਆ ਦਾ ਕਿਨਾਰਾ। ਹੁਣ ਗੰਗਾ ਜਿਹੜੀ ਦਰਿਆ ਹੈ, ਜਿਹੜਾ ਗੁਰੂ ਪਿਆਰਿਓ ਜਮਨਾ ਸਰਸਵਤੀ ਆਦਿ ਇਹ ਦਰਿਆ ਹਨ, ਇਹਨਾਂ ਦਾ ਕਿਨਾਰਾ। ਤੀਰਥ ਦਾ ਮਤਲਬ ਕਿਨਾਰਾ ਸੀਗਾ। ਅਤੇ ਤੀਰਥ ਦਾ ਅਰਥ ਇਸ ਨੂੰ ਹੌਲੀ ਹੌਲੀ ਧਰਮ ਦਾ ਰੰਗ ਦੇ ਦਿੱਤਾ ਗਿਆ। ਤੀਰਥ ਦਾ ਮਤਲਬ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਕ ਸਮਾਂ ਮਿਥਿਆ ਜਾਂਦਾ ਸੀਗਾ। 6 ਮਹੀਨਿਆਂ ਬਾਅਦ ਜਦੋਂ ਫਸਲ ਨਿਕਲ ਜਾਂਦੀ ਹੈ, ਅਪ੍ਰੈਲ ਦੇ ਵਿੱਚ ਵਾਢੀ ਹੋ ਜਾਂਦੀ ਆ, ਲੋਕ ਕਣਕਾਂ ਵੱਢ ਲੈਂਦੇ ਵਿਸਾਖ ਦੇ ਵਿੱਚ। ਫਿਰ ਵਿਸਾਖ ਦਾ ਮੇਲਾ ਲੱਗਿਆ ਕਰਦਾ ਸੀਗਾ ਦਰਿਆਵਾਂ ਦੇ ਉੱਤੇ। ਉਹਦਾ ਮਤਲਬ ਕੀ ਸੀਗਾ ਕਿ ਜਿਹੜੇ ਰੱਬ ਦੇ ਪਿਆਰੇ ਸੀ, ਬ੍ਰਹਮ ਗਿਆਨੀ ਸੀ, ਸਾਧੂ ਸੰਤ ਸੀ, ਨਾਮ ਜਪਣ ਵਾਲੀਆਂ ਰੂਹਾਂ, ਉਹ ਉਹਨਾਂ ਦਰਿਆਵਾਂ ਦੇ ਕਿਨਾਰੇ 'ਤੇ ਆ ਜਾਂਦੀਆਂ। ਅਤੇ ਸਮਾਂ ਮਿਥਿਆ ਹੁੰਦਾ ਸੀ ਫਸਲਾਂ ਦੇ ਨਿਕਲਣ ਤੋਂ ਬਾਅਦ, 6 ਮਹੀਨਿਆਂ ਬਾਅਦ। ਤਾਂ ਗੁਰੂ ਪਿਆਰਿਓ ਜਿਹੜੇ ਸੰਸਾਰੀ ਲੋਕ ਸੀ ਆਪਣੇ ਵਰਗੇ, ਉਹ ਵੀ ਆਪਣੀਆਂ ਫਸਲਾਂ ਸਾਂਭ ਕੇ, ਜਿਵੇਂ ਪੁਰਾਣੇ ਸਮੇਂ ਵਿੱਚ ਇੱਕ ਕਵੀ ਨੇ ਇੱਕ ਕਵਿਤਾ ਬਣਾਈ, ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾ ਅਤੇ ਛਾਂ ਦਾ ਹਿਸਾਬ ਕੱਟ ਕੇ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਭਾਵ ਉੱਥੇ ਕਰਨਾ ਕੀ ਸੀਗਾ, ਅੱਜ ਵਰਗੇ ਮੇਲੇ ਨਹੀਂ ਸੀ, ਹੁੱਲੜਬਾਜ਼ੀ ਨਹੀਂ ਸੀ ਉੱਥੇ। ਅਸਲ ਵਿੱਚ ਉੱਥੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੁੰਦੀ ਸੀ। 2 ਮਹੀਨੇ ਧਰਤੀ ਖਾਲੀ ਰੱਖੀ ਜਾਂਦੀ ਸੀਗੀ। ਫਿਰ ਆ ਕੇ ਸਤਸੰਗ ਕਰਕੇ ਫਿਰ ਆ ਕੇ ਆਪਣੇ ਗ੍ਰਸਤੀ ਦੇ ਕੰਮਾਂ ਵਿੱਚ ਲੱਗ ਜਾਂਦੇ, ਖੇਤੀਬਾੜੀ ਦੇ ਕੰਮਾਂ 'ਚ ਲੱਗ ਜਾਂਦੇ। ਇਸ ਕਰਕੇ ਗੁਰੂ ਪਿਆਰਿਓ ਇਹਨੂੰ ਕਹਿੰਦੇ ਆ ਤੀਰਥ। ਤੀਰਥ ਭਾਵ ਦਰਿਆ ਦੇ ਕਿਨਾਰੇ 'ਤੇ ਬੈਠ ਕੇ। ਹੁਣ ਦਰਿਆ ਦੇ ਕਿਨਾਰੇ 'ਤੇ ਕਿਉਂ ਰਚਿਆ ਗਿਆ? ਇੱਕ ਤਾਂ ਥਾਂ ਮਿਥਿਆ ਗਿਆ ਵੀ ਫਲਾਣੇ ਥਾਂ ਜਾਣਾ ਹੈ। ਹਰਿਦੁਆਰ ਹੈ, ਹਰਿਦੁਆਰ ਬਾਅਦ ਵਿੱਚ ਬਣੀਆਂ ਚੀਜ਼ਾਂ, ਪਹਿਲਾਂ ਤਾਂ ਦਰਿਆ ਹੀ ਸੀ ਇਹ ਗੰਗਾ। ਬਈ ਗੰਗਾ ਦੇ ਕਿਨਾਰੇ 'ਤੇ ਜਾਣਾ ਹੈ ਆਪਾਂ, ਉੱਥੇ ਸਾਧੂ ਆਉਣਗੇ, ਉੱਥੇ ਬੈਠ ਕੇ ਨਾਮ ਜਪਾਂਗੇ। ਇੱਕ ਤਾਂ ਥਾਂ ਮਿਥਿਆ ਗਿਆ, ਡਾਇਰੈਕਸ਼ਨ ਮਿਥੀ ਗਈ ਵੀ ਉੱਥੇ ਪਹੁੰਚਣਾ ਹੈ। ਅਤੇ ਦੂਸਰਾ ਮਨੁੱਖ ਦੀ ਮੇਨ ਲੋੜ ਸਵਾਸ ਹੈ, ਉਹ ਹਵਾ ਚੱਲ ਰਹੀ ਹੈ। ਦੂਸਰੀ ਮੇਨ ਲੋੜ ਪਾਣੀ ਹੈ, ਅਤੇ ਪਾਣੀ ਭਰਨ ਦੀ ਬਜਾਏ ਦਰਿਆ ਦਾ ਕਿਨਾਰਾ ਹੀ ਮੰਨ ਲਿਆ ਵੀ ਪਾਣੀ ਪੀਣਾ ਅਤੇ ਨਹਾਉਣਾ ਧੋਣਾ ਆਦਿ ਸੌਖਾ ਹੋ ਜਾਵੇਗਾ। ਇਸ ਕਰਕੇ ਤੀਰਥ ਦੇ ਕਿਨਾਰੇ 'ਤੇ ਬੈਠ ਕੇ ਨਾਮ ਜਪਣ ਵਾਲੀਆਂ ਰੂਹਾਂ ਦੀ ਸੰਗਤ ਹੁੰਦੀ ਸੀ। ਇੱਕ ਆਮ ਕਹਾਵਤ ਜੀ ਹੈ, ਉੱਠ ਫਰੀਦਾ ਸੁੱਤਿਆ ਮੇਲਾ ਵੇਖਣ ਜਾ, ਮਿਲ ਜੇ ਕੋਈ ਬਖਸ਼ਿਆ ਤੂੰ ਵੀ ਬਖਸ਼ਿਆ ਜਾ, ਤੂੰ ਵੀ ਬਖਸ਼ਿਆ ਜਾਵੇਂ। ਇਸ ਕਰਕੇ ਤੀਰਥ ਦਾ ਅਰਥ ਫਿਰ ਬਾਬੇ ਨਾਨਕ ਨੂੰ ਪੁੱਛਿਆ ਅਤੇ ਉਹ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤਾਂ ਤੀਰਥ ਕੀ ਸੀਗਾ? ਰੱਬ ਦੀ ਗੱਲ ਕਰਨੀ, ਉੱਥੇ ਕਿਨਾਰੇ 'ਤੇ ਬੈਠ ਕੇ ਰੱਬ ਦੀ ਗੱਲ ਕਰਨੀ। ਅਤੇ ਇਹ ਰੱਬ ਦੀ ਗੱਲ ਅੱਜ ਗੁਰੂ ਦੀ ਕਿਰਪਾ ਸਦਕਾ ਅਸੀਂ ਘਰ ਦੇ ਵਿੱਚ ਵੀ ਕਿਨਾਰੇ 'ਤੇ ਬੈਠ ਕੇ ਨਾਮ ਜਪ ਸਕਦੇ ਹਾਂ। ਇਹ ਵੀ ਰੱਬ ਦੀ ਗੱਲ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਸ਼ਬਦ ਦੀ ਵਿਚਾਰ ਕਰਨੀ। ਤਾਂ ਇਸ ਕਰਕੇ ਸਾਨੂੰ ਘਰ-ਬਾਰ ਛੱਡ ਕੇ ਜਾਣ ਦੀ ਲੋੜ ਨਹੀਂ। ਬਾਬੇ ਨਾਨਕ ਨੇ ਸਾਨੂੰ ਗਾਈਡ ਕੀਤਾ। ਤੀਜੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਪੜ੍ਹੈ ਗੁਰੂ ਵਾਲੇ ਬਣ ਕੇ, ਗੁਰੂ ਦੇ ਬਚਨਾਂ ਨੂੰ ਵਿਚਾਰੋ। ਪੜ੍ਹੇ ਹਰ ਨਾਮ ਸਲਾਹੇ, ਅਤੇ ਪੜ੍ਹ ਕੇ ਇਹਦੇ ਵਿੱਚੋਂ ਜੋ ਮੇਨ ਭਾਵ ਨਿਕਲਦਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਉਹ ਕਰਨੀ। ਉਹ ਕਰੇ ਦਰ ਸੱਚੈ ਸ਼ੋਭਾ ਪਾਵਣਿਆ, ਇਉਂ ਤੂੰ ਉਸ ਪਰਮੇਸ਼ਰ ਦੇ ਦਰ 'ਤੇ ਪਹੁੰਚ ਕੇ ਸ਼ੋਭਾ ਵਡਿਆਈ ਪ੍ਰਾਪਤ ਕਰੇਗਾ। ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਉੱਤਮ ਜਨਮ ਸਥਾਨ ਹੈ ਵਾਸਾ। ਹੁਣ ਭਗਤਾਂ ਨੇ ਆਪਣੇ ਘਰੇ ਰਹਿੰਦੀ ਪਾਇਆ ਨਾ, ਡਿਊਟੀਆਂ ਕਰਦੇ। ਭਗਤ ਨਾਮਦੇਵ ਜੀ ਨੇ ਆਪਣੇ ਘਰੇ ਪਾਇਆ, ਭਗਤ ਕਬੀਰ ਸਾਹਿਬ ਜੀ ਨੇ ਆਪਣੇ ਘਰੇ ਹੀ ਪਾ ਲਿਆ। ਕੋਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋਹੜੇ। ਤੂੰ ਜੰਗਲਾਂ ਵਿੱਚ ਕੀ ਲੱਭਦਾ ਫਿਰਦਾ ਬਈ? ਉੱਥੇ ਤਾਂ ਵਣ ਹੈ, ਜੰਗਲ ਹੈ, ਦਰਖਤ ਹੈ, ਟੁੱਟੇ ਦਰਖਤ ਮੋਹੜੇ ਹੁੰਦੇ ਆ, ਟੁੱਟੇ ਦਰਖਤ, ਔਰ ਕੰਡੇ ਹਨ, ਝਾੜੀਆਂ ਹਨ। ਉੱਥੇ ਥੋੜ੍ਹਾ ਰੱਬ ਬੈਠਾ। ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋਹੜੇ। ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਜੰਗਲਾਂ ਵਿੱਚੋਂ ਕੀ ਲੱਭਦਾ? ਉਹ ਤਾਂ ਤੇਰੇ ਹਿਰਦੇ ਵਿੱਚ ਹੈ, ਹਿਰਦਾ ਤੇਰੇ ਕੋਲੇ ਹੈ। ਤੂੰ ਜਿੱਥੇ ਬੈਠੇਗਾ ਉੱਥੇ ਹਿਰਦਾ ਤੇਰੇ ਕੋਲ ਹੈ। ਅਤੇ ਆਪਣੇ ਹਿਰਦੇ ਅੰਦਰ ਝਾਤੀ ਮਾਰਨਾ। ਪ੍ਰੀਤਮ ਜੀ ਕਹਿੰਦੇ
सतगुरु सेवै घर माहे उदासा, हर रंग रहे सदा रंग राते, हर रस मन तृप्तावनिया, हो वारी जियो वारी मैं बलिहारे जावा उन्हां तो, जिन्हां ने पढ़ बुझ मन वसा लिया। गुरमुख पढ़े हर नाम सलाहे, दर सच्चै शोभा पावनिया। ਜਿਹੜੇ ਗੁਰੂ ਦੇ ਪਿਆਰੇ ਹਰੀ ਦੇ ਨਾਮ ਨੂੰ ਸਲਾਉਂਦੇ ਹਨ, ਜਪਦੇ ਹਨ, ਉਹ ਇੱਥੇ ਤੇ ਉੱਥੇ ਵਡਿਆਈ ਪਾਉਂਦੇ ਹਨ। ਰਹਾਓ ਅਲਖ ਆਪੇ ਹੋ ਹਰ ਰਹਾ ਸਮਾਏ। ਅਲਖ ਜੋ ਲਖਿਆ ਨਹੀਂ ਜਾਂਦਾ, ਭਾਵ ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਉਹਨੂੰ ਫੀਲ ਕੀਤਾ ਜਾਂਦਾ ਹੈ, ਅਨੁਭਵ ਕੀਤਾ ਜਾਂਦਾ ਹੈ, ਅੱਖਾਂ ਦੇ ਨਾਲ ਉਹਨੂੰ ਵੇਖਿਆ ਨਹੀਂ ਜਾਂਦਾ। ਦਸਵੇਂ ਪ੍ਰੀਤਮ ਵੀ ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿਨਸਿਓ, ਲਿਵ ਲਾਗੀ ਮੋਰੀ ਪਗ ਇਨਸਿਓ। ਤਾਂ ਕੰਨ ਤਾਂ ਸ਼ਬਦ ਸੁਣਦਾ, ਫਿਰ ਭਾਵ ਗੁਰੂਆਂ ਨੇ ਸ਼ਬਦ ਦੇ ਨਾਲ ਸਾਨੂੰ ਜੋੜਿਆ। ਸ਼ਬਦ ਦੇ ਵਿੱਚੋਂ ਗਿਆਨ ਮਿਲਣਾ, ਗਿਆਨ ਦੇ ਨਾਲ ਹੀ ਸਾਨੂੰ ਜਿਹੜਾ ਹੈ ਸਾਡਾ ਜੀਵਨ ਸੁਖੀ ਹੋਣਾ। ਨਾ ਵਿੱਚ ਸੁੱਖ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਅਲਖ ਅਭਿਓ, ਉਸ ਦਾ ਭੇਤ ਜਾਣਨਾ ਔਖਾ ਹੈ, ਅਲਖ ਉਹਨੂੰ ਦੇਖਣਾ ਔਖਾ ਹੈ। ਅਲਖ ਅਭਿਓ ਹਰ ਰਹਾ ਸਮਾਏ, ਉਪਾਏ ਨਾ ਕਿਤਹੀ ਪਾਇਆ ਜਾਏ। ਜੇ ਹੁਣ ਦੁਨੀਆ ਭੱਜ ਦੌੜ ਕਰੇ, ਉਪਾਅ ਕਰੇ ਕਿ ਮੈਂ ਆਹ ਉਪਾਅ ਕਰ ਲਾਂ, ਆਹ ਉਪਾਅ ਕਰ ਲਾਂ, ਜਿਵੇਂ ਕਈ ਵਾਰੀ ਲੋਕ ਬ੍ਰਾਹਮਣਾਂ ਕੋਲੋਂ ਜਾ ਕੇ ਕਈ ਤਰ੍ਹਾਂ ਦੇ ਉਪਾਅ ਪੁੱਛਦੇ ਆ। ਟੀਵੀਆਂ ਉੱਤੇ ਬੜੀਆਂ ਮਸ਼ਹੂਰੀਆਂ ਚੱਲਦੀਆਂ, ਸਾਡੇ ਕੋਲੋਂ ਪੁੱਛੋ ਕੋਈ ਦੁੱਖ ਸੁੱਖ ਦੇ ਉਪਾਅ। ਤਰ੍ਹਾਂ ਤਰ੍ਹਾਂ ਦੀਆਂ ਗੁਰੂ ਪਿਆਰਿਓ ਅਖਬਾਰਾਂ ਭਰੀਆਂ ਪਈਆਂ ਹਨ ਕਾਲੇ ਇਲਮ ਵਾਲਿਆਂ ਦੀਆਂ। ਅਸੀਂ ਆਹ ਉਪਾਅ ਦੱਸ ਦਿਆਂਗੇ, ਅਸੀਂ ਆਹ ਦੱਸ ਦਿਆਂਗੇ, ਪਰ ਗੁਰੂ ਨੇ ਸਭ 'ਤੇ ਕਾਂਟਾ ਮਾਰਤਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦ ਕੇ ਅਹਮ ਬੁੱਧ ਵਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ। ਗੁਰੂ ਕੋਲੇ ਆਇਆ ਹਾਰ ਕੇ, ਦੀਜੈ ਬੁੱਧ ਵਿਵੇਕਾ, ਮੈਨੂੰ ਗਿਆਨ ਦਿਓ ਕਿਵੇਂ ਪਾਇਆ ਜਾਊਗਾ। ਕੋਈ ਸਤਨਾਮ ਸੀ, ਇਹ 'ਚ ਕਾਂਟਾ ਮਾਰਤਾ। ਅਤੇ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਹੋਰ ਵੀ ਕਈ ਗੱਲਾਂ ਲਿਖੀਆਂ। ਅਖੀਰਲਾ ਪੰਕਤੀ ਲਿਖਦੇ ਹਨ, ਹਰ ਕੀਰਤ ਹੈ ਹਰ ਕੀਰਤ ਸਾਧ ਸੰਗਤ ਹੈ, ਸਿਰ ਧਰਮ ਕਰਮਨ ਕੇ ਕਰਮਾ। ਤੋ ਸਾਧ ਸੰਗਤ ਸਾਧੂਆਂ ਦੇ ਕੋਲ ਬੈਠ ਕੇ, ਗੁਰੂ ਦੇ ਪਿਆਰਿਆਂ ਦੇ ਕੋਲ ਬੈਠ ਕੇ, ਗੁਰਬਾਣੀ ਦੇ ਕੋਲ ਬੈਠ ਕੇ ਹੀ ਉਸ ਨੂੰ ਪਾਇਆ ਜਾ ਸਕਦਾ ਹੈ। ਸਤ ਸੰਗਤ ਕਰਕੇ, ਸੱਚ ਦੀ ਸੰਗਤ, ਸੱਚ ਦੀ ਵਿਚਾਰ ਵਟਾਂਦਰਾ ਕਰਕੇ, ਪੜ੍ਹ ਕੇ ਸੁਣ ਕੇ ਸਮਝ ਕੇ ਹੀ ਉਹਨੂੰ ਪਾਇਆ ਜਾ ਸਕਦਾ ਹੈ। ਹੋਰ ਕੋਈ ਉਪਾਅ ਨਹੀਂ ਹੈ। ਉਪਾਏ ਨਾ ਕਿਤਹੀ ਪਾਇਆ ਜਾਏ, ਕੋਈ ਉਪਾਅ ਨਹੀਂ ਹੈ। ਫਿਰ ਕਿਰਪਾ ਕਰੇ ਤਾਂ ਸਤਿਗੁਰ ਭੇਟੇ। ਜੇ ਗੁਰੂ ਮਿਲ ਜਾਵੇ, ਗਿਆਨ ਦਾ ਦਾਤਾ ਮਿਲ ਜਾਵੇ, ਉਸ ਪਰਮੇਸ਼ਰ ਕਿਰਪਾ ਕਰੇ, ਕਿਰਪਾ ਕਰੇ ਤਾਂ ਸਤਿਗੁਰ ਭੇਟੇ। ਨਦਰੀ ਮੇਲ ਮਿਲਾਵਣਿਆ, ਅਤੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਮਨੁੱਖ ਨੂੰ ਆਪਣੇ ਅੰਦਰ ਜਾਣ ਦੀ ਜਾਚ ਦੱਸਦਾ। ਕਿਸੇ ਦੂਜੇ ਦਾ ਧਿਆਨ ਨਹੀਂ ਧਰਨਾ ਗਾ, ਆਪਣੇ ਨਿਜ ਸਰੂਪ ਦਾ ਧਿਆਨ ਧਰਨਾ, ਆਪਣੇ ਅੰਦਰੋਂ ਹੀ ਪਾਇਆ ਜਾਣਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਇਹ ਦੁਨੀਆ ਸਿਰਫ ਇੱਕ ਮੇਲਾ ਹੈ, ਕਿਸੇ ਦੇ ਹੱਥ ਵਿੱਚ ਫੜਿਆ ਹੋਇਆ ਨਹੀਂ, ਦਸਤਗੀਰੀ ਨਹੀਂ। ਤੋ ਐਸਾ ਹੀ ਗੁਰੂ ਪਿਆਰਿਓ ਸਤਿਗੁਰਾਂ ਨੇ ਸਾਨੂੰ ਗਿਆਨ ਬਖਸ਼ਿਸ਼ ਕੀਤਾ ਕਿ ਆਪਣੇ ਅੰਦਰੋਂ ਪੜ੍ਹੋ, ਪ੍ਰਾਪਤ ਕਰੋ। ਦੂਜੇ ਭਾਏ ਪੜ੍ਹੈ ਨਹੀਂ ਬੂਝੈ। ਦੂਜੇ ਭਾਏ ਗੁਰੂ ਦੀ ਗੱਲ ਨੂੰ ਛੱਡ ਕੇ ਹੋਰ ਥਾਵਾਂ ਨੂੰ ਭਟਕਣਾ, ਹੋਰ ਕੁਝ ਪੜ੍ਹਨਾ। ਤ੍ਰੈਵਿਧ ਮਾਇਆ ਕਾਰਨ ਲੂਝੈ, ਫਿਰ ਸਮਝ ਨਹੀਂ ਆਉਣੀ। ਦੂਜੇ ਭਾਏ ਪੜ੍ਹੈ ਨਹੀਂ ਬੂਝੈ, ਤ੍ਰੈਵਿਧ ਮਾਇਆ ਕਾਰਨ ਲੂਝੈ। ਔਰ ਉਹ ਪੜ੍ਹਦਾ ਕਿ ਕਿਸੇ ਪਾਸਿਓਂ ਮਾਇਆ ਕਿਵੇਂ ਆਵੇ, ਭਾਵ ਮਾਇਆ ਦੀ ਖੋਜ ਚੱਲਣਾ ਠੀਕ ਹੈ, ਮਾਇਆ ਜੀਵਨ ਦੀ ਲੋੜ ਹੈ, ਪਰ ਮਾਇਆ ਸਭ ਕੁਝ ਨਹੀਂ। ਪ੍ਰੀਤਮ ਜੀ ਕਹਿੰਦੇ ਸਤਿਗੁਰ ਭੇਟੇ ਤਾਂ ਨਦਰੀ ਮੇਲ ਮਿਲਾਵਣਿਆ, ਦੂਜੇ ਪਾਏ ਪੜ੍ਹੈ ਨਹੀਂ ਬੂਝੈ, ਤ੍ਰੈਵਿਧ ਮਾਇਆ ਕਾਰਨ ਲੂਝੈ। ਤ੍ਰੈਵਿਧ ਬੰਧਨ ਟੁੱਟੈ ਗੁਰ ਸ਼ਬਦੀ ਮੁਕਤ ਕਰਾਵਣਿਆ। ਗੁਰੂ ਦਾ ਗਿਆਨ ਹੀ ਸਾਡਾ ਸਹੀ ਮਾਰਗਦਰਸ਼ਨ ਕਰਦਾ। ਸੋ ਇਹ ਸੀ ਤਿੰਨ ਪਦਿਆਂ ਦੇ ਵਿਚਾਰ। ਰਹਿੰਦੇ ਪਦਿਆਂ ਦੇ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅੱਜ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ